ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਰਹਿਮਤ ਨਦਰ ਨਾਲ ਅਸੀਂ ਸਾਰੇ ਹੀ ਹਫ਼ਤਾਵਾਰੀ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਬਾਣੀ ਦੇ ਦੀਦਾਰ ਕਰਦਿਆਂ ਹੋਇਆਂ ਆਪਣੀ ਸੁਰਤ ਦਾ ਸੰਬੰਧ ਸ਼ਬਦ ਦੇ ਨਾਲ ਬਣਾਉਣ ਦਾ ਇੱਕ ਯਤਨ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਜੀ ਦੀ ਮੁਕੱਦਸ ਬਾਣੀ ਦੇ ਵਿੱਚ ਜਿਹੜੀ ਪ੍ਰੇਰਣਾ ਹੈ, ਜੋ ਸਾਡੇ ਜੀਵਨ ਨੂੰ ਚੱਜ ਆਚਾਰ ਬਖਸ਼ਿਸ਼ ਕਰਨ ਦਾ ਮਹਾਰਾਜ ਜੀ ਦੇ ਕੋਲ ਢੰਗ ਹੈ, ਤਰੀਕਾ ਹੈ, ਵਿਧ ਹੈ, ਉਹ ਮਹਾਰਾਜ ਸਾਨੂੰ ਸਾਡੀ ਝੋਲੀ ਦੇ ਵਿੱਚ ਉਹ ਅਮੁੱਲਕ ਵਿਚਾਰਾਂ ਪਾ ਕੇ ਸਾਡੇ ਜੀਵਨ ਨੂੰ ਹੋਰ ਬੇਸ਼ੁਮਾਰ ਕੀਮਤੀ ਬਣਾਉਣਾ ਚਾਹੁੰਦੇ ਨੇ। ਇਸ ਅਭਿਆਸ ਦੇ ਵਿੱਚ ਅਸੀਂ ਸਾਰੇ ਹੀ ਆ ਕੇ ਗੁਰੂ ਗੋਦ ਵਿੱਚ ਬੈਠੇ ਹਾਂ। ਆਓ ਆਪ ਜੀ ਨੇ ਜਿੱਥੇ ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਮੁਬਾਰਕ ਸਲੋਕਾਂ ਦੀ ਲੜੀ ਜੋ ਹਰ ਬੁੱਧਵਾਰ ਗੁਰੂ ਅਸੀਸ ਦੇ ਨਾਲ ਸਾਂਝਿਆਂ ਕਰਨ ਦਾ ਯਤਨ ਕਰਦੇ ਹਾਂ। ਸ਼ਨੀਵਾਰ ਦੇ ਦੀਵਾਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸਲੋਕਾਂ ਦੀ ਚੱਲ ਰਹੀ ਲੜੀਵਾਰ ਵਿਆਖਿਆ ਦੇ ਵਿੱਚ 34 ਨੰਬਰ ਸਲੋਕ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਅਸੀਸ ਦੇ ਨਾਲ ਆਓ ਇਸ ਮੁਬਾਰਕ ਸਲੋਕ ਨੂੰ ਵਿਚਾਰਨ ਦਾ ਯਤਨ ਕਰੀਏ। ਪ੍ਰਾਰੰਭਤਾ ਤੋਂ ਪਹਿਲਾਂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਆਪਣੇ ਪ੍ਰਚਾਰ ਦੌਰਿਆਂ ਦੇ ਵੇਲੇ ਮਹਾਰਾਜ ਜੀ ਨੇ ਇਹ ਮਹਿਸੂਸ ਕੀਤਾ ਕਿ ਅਗਰ ਸਮਾਜ ਦੇ ਵਿੱਚ ਹਰ ਇੱਕ ਵਰਣ ਦਾ, ਹਰ ਇੱਕ ਜਾਤ ਪਾਤ ਵਿੱਚ ਪੈਦਾ ਹੋਇਆ ਬੰਦਾ ਕਿਸੇ ਨਸਲ ਦੇ ਵਿੱਚ ਹੈ, ਕਿਸੇ ਰੰਗ ਰੂਪ ਦੇ ਵਿੱਚ ਹੈ, ਉਹ ਅਗਰ ਇੱਕ ਥਾਂ ਬਹਿਣਾ ਚਾਹਵੇ ਤੇ ਆਖਿਰ ਕਿਹੜੀਆਂ ਇਹੋ ਜੀਆਂ ਜੀਵਨ ਦੇ ਵਿੱਚ ਉਹ ਕੁਤਾਹੀਆਂ ਹੋਣਗੀਆਂ ਜਿਨ੍ਹਾਂ ਨੂੰ ਤਿਆਗ ਕੇ, ਜਿਨ੍ਹਾਂ ਨੂੰ ਛੱਡ ਕੇ ਬੰਦੇ ਦਾ ਮਨ ਰਾਜੀ ਹੋ ਜਾਏ ਉਸ ਜਗ੍ਹਾ ਤੇ ਬਹਿਣ ਵਾਸਤੇ। ਕੁਝ ਅਜਿਹੀਆਂ ਸੋਚਾਂ ਹਨ ਜਿਹੜੀਆਂ ਬਹਿਣ ਨਹੀਂ ਦਿੰਦੀਆਂ, ਇਕੱਤਰ ਹੋਣ ਨਹੀਂ ਦਿੰਦੀਆਂ। ਆਪਸ ਵਿੱਚ ਤਕਰੀਬਨ ਮਨੁੱਖਾਂ ਦੇ ਵਿੱਚ ਦੂਰੀ ਹੈ, ਤਕਲੀਫ ਹੈ, ਈਰਖਾ ਹੈ।
ਉਹਦੇ ਕਾਰਨ ਸਾਰਿਆਂ ਨੂੰ ਸਮਝ ਆਉਂਦੇ ਨੇ ਕਿ ਈਰਖਾ ਵਸ ਹੋ ਸਕਦਾ ਬੰਦਾ, ਹੋ ਸਕਦਾ ਹੈ ਜਾਤ ਪਾਤ ਦਾ ਹੰਕਾਰ ਇਹਨੂੰ ਦੂਰ ਕਰ ਰਿਹਾ ਹੋਵੇ। ਗੁਰੂ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਵਿੱਚ ਕੁਝ ਇਹੀ ਇੱਕ ਪ੍ਰੇਰਣਾ ਦਿੱਤੀ ਹੈ ਔਰ ਆਖਿਆ ਕਿ ਇੱਕ ਤੇ ਬਾਹਰੀ ਹੰਕਾਰ ਹੈ ਜੋ ਬੰਦੇ ਦੇ ਕਰਮਾਂ ਰਾਹੀਂ ਪ੍ਰਗਟ ਹੁੰਦਾ ਹੈ, ਦਿਖਦਾ ਹੈ। ਅਸੀਂ ਸਾਫ਼-ਸਾਫ਼ ਬੋਲ ਜਦੋਂ ਕੋਈ ਬੋਲਦੇ ਹਾਂ ਤੇ ਉਹਦੇ ਵਿੱਚੋਂ ਇਹ ਗੱਲ ਝਲਕਦੀ ਹੈ ਕਿ ਬੰਦਾ ਈਗੋ ਦੇ ਵਿੱਚ ਹੈ, ਇਸ ਵੇਲੇ ਹੰਕਾਰ ਦੇ ਵਿੱਚ ਹੈ। ਪਰ ਉਸ ਨੂੰ ਹਟਾਉਣ ਲਈ, ਉਸ ਵਿੱਚੋਂ ਨਿਕਲਣ ਲਈ ਬੰਦਾ ਵੱਧ ਤੋਂ ਵੱਧ ਅਗਰ ਕੋਈ ਯਤਨ ਕਰੇਗਾ ਵੀ ਤੇ ਉਹ ਇੱਕ ਧਾਰਮਿਕ ਹੀ ਕਰਮ ਬਚਦਾ ਹੈ, ਧਾਰਮਿਕਤਾ ਦਾ ਉਪਰਾਲਾ ਹੀ ਬਚਦਾ ਹੈ ਕਿ ਇਸ ਪ੍ਰੋਬਲਮ ਚੋਂ ਨਿਕਲਣ ਲਈ ਆਹ ਇੱਕ ਤਰੀਕਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਔਰ ਇਸ ਸ਼ਲੋਕ ਨੇ ਗੱਲ ਆਖੀ ਹੈ ਕਿ ਕਈ ਵਾਰੀ ਬੰਦਾ ਨਿਕਲਣ ਦੇ ਤਰੀਕਿਆਂ ਨੂੰ ਪ੍ਰੈਕਟਿਸ ਦੇ ਵਿੱਚ ਲਿਆਉਂਦਿਆਂ ਹੋਰ ਕਈ ਵਾਰੀ ਹਉਮੈ 'ਚ ਫਸ ਜਾਂਦਾ ਹੈ। ਉਹਦੇ ਕੋਲ ਤੀਸਰੀ ਆਪਸ਼ਨ ਬਚਦੀ ਨਹੀਂ। ਫਿਰ ਧਿਆਨ ਦਿਓ ਜੇ ਸਬਜੈਕਟ ਤਾਂ ਕਿ ਸਾਡੀ ਪਕੜ ਦੇ ਵਿੱਚ ਰਵੇ। ਇੱਕ ਤਾਂ ਇਹ ਹੈ ਕਿ ਹਉ ਹੰਕਾਰ ਇੱਕ ਕਰਤੇ ਵੱਲੋਂ ਹੀ ਬੰਦੇ ਦੇ ਅੰਦਰ ਪਾਇਆ ਗਿਆ। ਪਿਛਲੇ ਦਿਨੀ ਵੀ ਮੈਂ ਪ੍ਰਮਾਣ ਤੁਹਾਡੇ ਨਾਲ ਸਾਂਝਾ ਕੀਤਾ ਸੀ, ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਹਉਮੈ ਈਗੋ ਬੰਦੇ ਦੀ ਕਾਢ ਨਹੀਂ ਹੈ। ਜੇ ਬੰਦੇ ਦੀ ਕਾਢ ਹੁੰਦੀ ਤਾਂ ਕੁਝ ਜਾਣਿਆਂ ਦੇ ਕੋਲ ਹੋਣੀ ਸੀ, ਉਹਨਾਂ ਦੀ ਗਿਰਫਤ ਵਿੱਚ ਹੋਣੀ ਸੀ, ਉਹਨਾਂ ਦੇ ਕੰਟਰੋਲ ਵਿੱਚ ਹੋਣੀ ਸੀ ਹਉਮੈ। ਪਰ ਇਹ ਕਰਤੇ ਵੱਲੋਂ ਹੀ ਪਾਈ ਹੈ ਔਰ ਇਹ ਬੰਦਿਆਂ ਵਿੱਚ ਹੀ ਨਹੀਂ, ਪਸ਼ੂਆਂ ਦੇ ਵਿੱਚ ਵੀ ਹੁੰਦੀ ਹੈ। ਤੇ ਇਹ ਉਦੋਂ ਜਾ ਕੇ ਮਾੜਾ ਰੂਪ ਧਾਰਨ ਕਰਦੀ ਹੈ, ਉਦੋਂ ਇਹ ਖਤਰਨਾਕ ਬਣਦੀ ਹੈ ਜਦੋਂ ਇਹ ਵਿਕਾਰ ਦਾ ਰੂਪ ਧਾਰਨ ਕਰਦੀ। ਵਿਕਾਰ ਆਖਦੇ ਨੇ ਜਦੋਂ ਇਹ ਰੋਗ ਬਣ ਜਾਂਦੀ ਹੈ। ਜਦੋਂ ਤੱਕ ਇਹ ਅਹਿਸਾਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਕਿ ਮੈਂ ਆਪਣਾ ਮਾਨ ਸਨਮਾਨ ਬਚਾ ਕੇ ਰੱਖਣਾ ਹੈ, ਆਦਰ ਮਾਨ ਇਹਨਾਂ ਕਰਮਾਂ ਦੇ ਨਾਲ ਮਿਲਦਾ ਹੈ, ਉਹ ਉਪਰਾਲਾ ਉਹ ਯਤਨ ਕਰ ਰਿਹਾ ਹੁੰਦਾ ਹੈ, ਉਹਨੂੰ ਸਮਾਜ ਵਿੱਚੋਂ ਦੀ ਰਿਸਪੈਕਟ ਮਿਲ ਰਹੀ ਹੁੰਦੀ ਹੈ, ਤਾਂ ਤੱਕ ਉਹ ਰੋਗ ਹਉਮੈ ਰੋਗ ਨਹੀਂ ਹੁੰਦਾ। ਉਹ ਰੋਗ ਉਦੋਂ ਬਣਦਾ ਹੈ ਜਦੋਂ ਉਹ ਆਪਣੀਆਂ ਚੀਜ਼ਾਂ ਦੇ ਮਾਨ ਸਵਿਮਾਨ ਤੋਂ ਉੱਪਰ ਦੂਜੇ ਦੇ ਮਾਨ ਸਵੀਕਾਰ ਨੂੰ, ਮਾਨ ਅਪਮਾਨ ਨੂੰ ਖਤਮ ਕਰਕੇ ਉਹ ਕੇਵਲ ਆਪਣੀਆਂ ਚੀਜ਼ਾਂ ਥੋਪ ਦਿੰਦਾ ਹੈ, ਪ੍ਰਗਟਾਵਾ ਕਰਦਾ ਹੈ, ਲਾਗੂ ਕਰਦਾ ਹੈ, ਜ਼ੋਰ ਜ਼ੁਲਮ ਤੇ ਉਤਰ ਆਉਂਦਾ ਹੈ। ਉਦੋਂ ਉਹ ਮਾਨ, ਉਹ ਹਉਮੈ ਰੋਗ ਬਣ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਸਾਨੂੰ ਆਪਣੀ ਬੋਲੀ ਤੇ ਮਾਣ ਹੋਣਾ ਚਾਹੀਦਾ, ਆਪਣੇ ਪਹਿਰਾਵੇ ਤੇ ਮਾਣ ਹੋਣਾ ਚਾਹੀਦਾ, ਆਪਣੇ ਸੱਭਿਆਚਾਰ ਤੇ ਮਾਣ ਹੋਣਾ ਚਾਹੀਦਾ, ਆਪਣੇ ਕਲਚਰ ਤੇ ਮਾਣ ਹੋਣਾ ਚਾਹੀਦਾ, ਜਿਹਨੂੰ ਪ੍ਰਾਊਡ ਵੀ ਕਿਹਾ ਜਾਂਦਾ ਹੈ। ਥੋੜਾ ਹੋਰ ਸਰਲ ਕਰ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਣ ਵੱਖਰੇ ਵੱਖਰੇ ਅਰਥਾਂ ਨਾਲ ਆਇਆ। ਜਿੱਥੇ ਤੇ ਅਦਬ ਦੇ ਅਰਥਾਂ ਦੇ ਵਿੱਚ ਆਇਆ, ਉੱਥੇ ਮਹਾਰਾਜ ਜੀ ਨੇ ਆਖਿਆ ਹਰ ਕੀ ਵਡਿਆਈ ਵੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜਿੱਥੇ ਤੇ ਆਦਰ ਦੀ ਗੱਲ ਹੈ, ਉੱਥੇ ਮਹਾਰਾਜ ਨੇ ਪੋਜ਼ਿਟਿਵ ਅਰਥਾਂ ਦੇ ਵਿੱਚ ਆਖਿਆ ਕਿ ਪਰਮੇਸ਼ਵਰ ਵਾਹਿਗੁਰੂ ਦੀ ਇਹ ਖੂਬੀ ਵੇਖੋ, ਉਹਦੀ ਵਡਿਆਈ ਦੇਖੋ, ਉਹਦੀ ਉਸਤਤ ਇਸ ਗੱਲ ਦੇ ਵਿੱਚ ਵੀ ਲੁਕੀ ਹੋਈ ਹੈ ਕਿ ਉਹ ਜਿਹੜੇ ਨਿਮਾਣੇ ਜੇ ਸਮਾਜ 'ਚ ਲੋਕ ਨੇ ਨਾ, ਜਿਨ੍ਹਾਂ ਦਾ ਕੋਈ ਅਦਬ ਹੀ ਨਹੀਂ ਕਰ ਰਿਹਾ, ਕੋਈ ਸਤਿਕਾਰ ਕਰਦਾ ਹੀ ਨਹੀਂ ਹੈ ਉਹਨਾਂ ਦਾ, ਪਰ ਉਹ ਸਤਿਕਾਰਯੋਗ ਹੁੰਦੇ ਨੇ, ਉਹ ਸਤਿਕਾਰੇ ਜਾਣੇ ਚਾਹੀਦੇ ਨੇ ਸਮਾਜ ਦੇ ਵਿੱਚ। ਸਮਾਂ ਪਾ ਕੇ ਪਰਮੇਸ਼ਵਰ ਵਾਹਿਗੁਰੂ ਆਪਣੇ ਗੁਣਾਂ ਤੇ ਗਿਆਨ ਦੀ ਬਦੌਲਤ ਉਹਨਾਂ ਨੂੰ ਉਹ ਸਨਮਾਨ ਦਿਵਾ ਦਿੰਦਾ, ਭਾਵੇਂ ਉਹਨਾਂ ਦੇ ਖਤਮ ਹੋਣ ਦੇ ਬਾਅਦ ਹੀ ਦਿਵਾਵੇ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਚੰਗੇ ਅਰਥਾਂ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ। ਇਹ ਪਰਮੇਸ਼ਵਰ ਦੇ ਘਰ ਨਿਆਂ ਹੋ ਜਾਂਦਾ ਉਹਨਾਂ ਵਾਸਤੇ। ਕਈ ਵਾਰੀ ਸਮੇਂ ਦੇ ਹਾਣੀ ਲੋਕ ਉਹਨੂੰ ਉਹ ਸਤਿਕਾਰ ਨਹੀਂ ਦੇ ਪਾਉਂਦੇ, ਉਹਨੂੰ ਮਾੜਾ ਗਿਣਦੇ ਨੇ, ਉਹਨੂੰ ਆਖਦੇ ਨੇ ਇਹ ਹਰ ਇੱਕ ਚੀਜ਼ ਤੇ ਕਟਾਕਸ਼ ਕਰਦਾ, ਸਾਡੇ ਕਰਮਾਂ ਦੇ ਉੱਤੇ ਇਹ ਕੁਐਸਚਨ ਮਾਰਕ ਲਾਉਂਦਾ, ਇਹਨੂੰ ਆਹ ਕੰਮ ਚੰਗੇ ਨਹੀਂ ਲੱਗਦੇ। ਜਾਂ ਜਿਹੜੇ ਪਹਿਲਾਂ ਹੀ ਆਲਰੇਡੀ ਅਸੀਂ ਕਰਦੇ ਆ ਰਹੇ ਹਾਂ, ਜਿਹੜਾ ਸਾਡਾ ਬਣਾਇਆ ਢਾਂਚਾ ਹੈ, ਕਿਤੇ ਨਾ ਕਿਤੇ ਇਹਦੇ ਕਰਮਾਂ ਨਾਲ, ਇਹਦੇ ਬੋਲਾਂ ਨਾਲ ਉਹ ਢਾਂਚਾ ਟੁੱਟ ਰਿਹਾ, ਉਹਦੀ ਹਿਲਜੁਲ ਹੋ ਰਹੀ ਹੈ। ਲੋਕ ਉਸ ਬੰਦੇ ਨੂੰ ਅਸੈਪਟ ਨਹੀਂ ਕਰਨਗੇ, ਛੇਤੀ ਨਹੀਂ ਅਸੈਪਟਡ ਹੋਏਗਾ। ਹੋ ਸਕਦਾ ਚਲੇ ਜਾਣ ਦੇ ਬਾਅਦ, ਖਤਮ ਹੋ ਜਾਣ ਬਾਅਦ ਲੋਕ ਹੀ ਉਹਨੂੰ ਖਤਮ ਕਰ ਦੇਣ,
ਉਹਦੇ ਜਾਣ ਬਾਅਦ ਪਰਮੇਸ਼ਵਰ ਦੇ ਘਰ ਦੇ ਨਿਯਮਾਂ ਦੇ ਵਿੱਚ ਇਹ ਗੱਲ ਪਈ ਰਹੇਗੀ ਜਦੋਂ ਤੱਕ ਉਸ ਬੰਦੇ ਦੇ ਕੀਤੇ ਚੰਗਾ ਕਰਮਾਂ ਦਾ ਨਤੀਜਾ ਇਸ ਧਰਤੀ ਤੇ ਜੀਵਤ ਨਹੀਂ ਹੋ ਜਾਂਦਾ। ਇੱਕ ਵਿਸ਼ਵਾਸ ਦੀ ਗੱਲ ਹੈ, ਅਸਲ ਦੇ ਵਿੱਚ ਇੱਕ ਅਕੀਦੇ ਦੀ ਗੱਲ ਹੈ। ਹੁਣ ਹੋ ਸਕਦਾ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਕੇ ਗਏ ਹੁਣ ਸਾਰੇ ਲੋਕ ਭੱਜ ਕੇ ਜਹਾਂਗੀਰ ਦੇ ਖਿਲਾਫ ਹੋ ਗਏ, ਇਦਾਂ ਨਹੀਂ ਹੋਇਆ। ਅਜੇ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਕੀ ਚਾਹ ਰਹੇ ਨੇ, ਉਹਨਾਂ ਨੇ ਕੀ ਆਖਿਆ ਬਾਣੀ ਵਿੱਚ ਮਾਨਵਤਾ ਤੇ ਸਮਾਜ ਦੇ ਭਲੇ ਲਈ। ਜਿਹੜੇ ਸਮੇਂ ਦੀ ਹਕੂਮਤ ਦੇ ਹੁਕਮਰਾਨ ਨੇ, ਤਾਕਤ ਵਾਲੇ ਨੇ, ਉਹ ਗਰੂਰ ਨੇ ਕਿਸੇ ਚੀਜ਼ ਦੇ ਵਿੱਚ। ਇੱਕ ਉਦਾਹਰਣ ਦੇਖੋ, ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਅਕਸਰ ਮੈਂ ਤੁਹਾਡੇ ਨਾਲ ਸਾਂਝ ਪਾਉਣਾ, ਕਿਉਂਕਿ ਉਹਨਾਂ ਦੀ ਮੁਬਾਰਕ ਬਚਨ ਨੇ ਜਿਨ੍ਹਾਂ ਨੇ ਆਪਣੇ ਸਲੋਕਾਂ ਤੇ ਸ਼ਬਦਾਂ ਵਿੱਚ ਵੀ ਆਖਿਆ, ਸਾਧੋ ਮਨ ਕਾ ਮਾਨ ਤੇ ਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਿਸ ਭਾਗੋ। ਮਹਾਰਾਜ ਔਰੰਗਜ਼ੇਬ ਨਾਲ ਨਫ਼ਰਤ ਨਹੀਂ ਕਰ ਸਕਦੇ। ਗੁਰੂ ਮਹਾਰਾਜ ਔਰੰਗਜ਼ੇਬ ਨਾਲ ਨਫ਼ਰਤ ਨਹੀਂ ਕਰ ਰਹੇ, ਦੇਖਦੇ ਨੇ ਕਿ ਉਹ ਇੱਕ ਇਨਸਾਨ ਹੈ, ਇੱਕ ਮਨੁੱਖੀ ਜਨਮ ਦੇ ਵਿੱਚ ਹੈ, ਉਹ ਵੀ ਹੱਕ ਰੱਖਦਾ ਹੈ, ਭਾਵੇਂ ਉਹ ਕਿਤੇ ਬੈਠਾ ਹੈ, ਡਿਕਟੇਟਰ ਹੈ। ਪਰ ਮਹਾਰਾਜ ਕਹਿੰਦੇ ਨੇ ਤੂੰ 5 ਨਮਾਜ਼ ਦੀ ਵਕਤ ਪੜ੍ਹਦਾ, ਚੰਗੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਔਰੰਗਜ਼ੇਬ ਬਾਰੇ ਕਿਹਾ ਜਾਂਦਾ ਕਿ ਨਮਾਜ਼ੀ ਪੱਕਾ ਸੀ, ਨਮਾਜ਼ ਨਹੀਂ ਸੀ ਖੁਝਾਉਂਦਾ, ਭਾਵ ਆਪਣੀ ਨਿਤਨੇਮ ਮਰਿਆਦਾ ਪੂਰੀ ਕਰਦਾ ਸੀ ਉਹ। ਫਿਰ ਮਹਾਰਾਜ ਨੇ ਆਖਿਆ ਜਿਹੜੀ ਤੂੰ ਬੋਲੀ ਬੋਲਦਾ ਹੈ, ਬੋਲੀ ਦੇ ਵਿੱਚ ਜਿਹੜੀ ਬੋਲੀ ਤੁਹਾਡੇ ਮਜ਼ਹਬ ਵਿੱਚੋਂ ਤੁਹਾਨੂੰ ਪ੍ਰੇਰਣਾ ਦਿੰਦੀ ਹੈ, ਤੁਸੀਂ ਉਹ ਬੋਲਦੇ ਹੋ, ਚੰਗੀ ਗੱਲ ਹੈ, ਇਹਦੇ 'ਚ ਕੋਈ ਕਿਸੇ ਨੂੰ ਨੁਕਸਾਨ ਨਹੀਂ ਕਿਸੇ ਕਿਸਮ ਦਾ ਵੀ। ਔਰੰਗਜ਼ੇਬ ਜਿਹੜੇ ਤੂੰ ਪਹਿਰਾਵੇ ਦੇ ਨਾਲ ਖੁਸ਼ੀ ਮਨਾਉਣਾ, ਪਹਿਰਾਵਾ ਪਸੰਦ ਕਰਦਾ, ਪਹਿਰਾਵਾ ਪਾਉਣਾ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ। ਜਿਹੜੇ ਥਾਂ ਤੇ ਮਕਬਰੇ ਦੇ ਵਿੱਚ, ਮਸਜਿਦ ਦੇ ਵਿੱਚ, ਧਾਰਮਿਕ ਸਥਾਨ ਵਿੱਚ ਤੂੰ ਖੁਦਾ ਅੱਗੇ ਸਜਦਾ ਕਰਨ ਜਾਂਦਾ ਹੈ, ਖੁਦਾ ਦੀ ਨਮਾਜ਼ ਕਦਾ ਕਰਨ ਜਾਂਦਾ ਹੈ, ਬੰਦਗੀ ਕਰਨ ਜਾਂਦਾ ਹੈ, ਇਬਾਦਤ ਭਰਦਾ ਹੈ, ਮਹਾਰਾਜ ਕਹਿੰਦੇ ਨੇ ਬੜੀ ਬਾਖੂਬ ਗੱਲ ਹੈ, ਚੰਗੀ ਗੱਲ ਹੈ, ਕੋਈ ਇਹਦੇ 'ਚ ਮਾੜੀ ਗੱਲ ਨਹੀਂ। ਹਾਂ, ਉਹਨਾਂ ਕੀਤੇ ਜਾ ਰਹੇ ਕਰਮਾਂ ਨੂੰ ਬਾਣੀ ਕੁਝ ਨਵੇਂ ਨਜ਼ਰੀਏ ਨਾਲ ਉਹਨੂੰ ਸਲਾਹ ਜ਼ਰੂਰ ਦੇ ਸਕਦੀ ਕਿ ਨਮਾਜ਼ ਕਰ, ਪਰ ਇਸ ਕਿਸਮ ਦੀ ਵੀ ਕਰ। 5 ਨਮਾਜ਼ਾਂ ਵਕਤ 5, 5 ਪੰਜੇ 9, ਖੈਰ ਮੇਰਾ ਅੱਜ ਵਿਸ਼ਾ ਨਹੀਂ। ਪਰ ਮਹਾਰਾਜ ਕਹਿੰਦੇ ਨੇ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਉਸ ਮਾਨ ਤੋਂ ਉਹ ਹੰਕਾਰ ਦਾ ਰੂਪ ਧਾਰਨ ਕਰ ਜਾਂਦੀ ਹੈ। ਗੱਲ ਉਹ ਇਹ ਹੈ ਕਿ ਦੂਜੇ ਦੀ ਬੋਲੀ ਨੂੰ ਬੋਲੀ ਨਾ ਸਮਝਣਾ, ਦੂਜੇ ਦੀ ਪਹਿਰਾਵੇ ਨੂੰ ਖਤਮ ਕਰਨ ਦੀ ਮਨਸ਼ਾ ਬਣਾਉਣਾ, ਦੂਜੇ ਦੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਕਰਕੇ ਖੁਸ਼ੀ ਮਹਿਸੂਸ ਕਰਨੀ, ਔਰ ਕੇਵਲ ਤਾਂ ਕੇਵਲ ਆਪਣੇ ਮਰਿਆਦਾ, ਆਪਣੇ ਮਜ਼ਹਬ ਨੂੰ ਹੀ ਦੇਖਣਾ ਪਸੰਦ ਕਰਨਾ, ਦੂਜੇ ਨੂੰ ਰਹਿਣ ਦਾ ਹੱਕ ਵੀ ਨਾ ਦੇਣਾ ਧਰਤੀ ਤੇ। ਉਹ ਉਦੋਂ ਮਾਣ ਨਹੀਂ ਰਹਿੰਦਾ, ਉਹ ਹੰਕਾਰ ਬਣ ਜਾਂਦਾ, ਉਹ ਹਉਮੈ ਬਣ ਜਾਂਦਾ, ਉਹ ਦੀਰਘ ਰੋਗ ਬਣ ਜਾਂਦਾ। ਹਉਮੈ ਦੀਰਘ ਰੋਗ ਹੈ। ਹੁਣ ਉਹ ਉਹਨੂੰ ਵੀ ਪ੍ਰੋਬਲਮ ਦੇਗਾ। ਸਾਕਤ ਹਰਾ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ, ਉਹਨੂੰ ਪ੍ਰੋਬਲਮ ਦੇਗਾ ਹੀ ਦੇਗਾ, ਉਹਨੂੰ ਇਹ ਗੱਲ ਚੁਭੇਗੀ, ਉਹਨੂੰ ਆਪਣਾ ਬੀਜਿਆ ਕੰਡਾ ਚੁਭੇਗਾ ਹੀ ਚੁਭੇਗਾ। ਪਰ ਗੁਰੂ ਮਹਾਰਾਜ ਨੇ ਇਸ ਤੋਂ ਥੋੜੀ ਜਿਹੀ ਇੱਕ ਗੱਲ ਅੱਗੇ ਹੋਰ ਕਹੀ ਹੈ। ਮਹਾਰਾਜ ਕਹਿੰਦੇ ਨੇ ਇਸ ਪ੍ਰੋਬਲਮ ਤੋਂ ਅਗਰ ਬੰਦਾ ਨਿਜਾਤ ਚਾਹੁੰਦਾ ਹੈ, ਨਿਕਲਣਾ ਚਾਹੁੰਦਾ ਹੈ, ਫ੍ਰੀ ਹੋਣਾ ਚਾਹੁੰਦਾ ਹੈ, ਜਿਹਨੂੰ ਬਾਣੀ ਮੁਕਤੀ ਕਹਿੰਦੀ ਹੈ, ਜੀਵਤ ਹੋਣਾ ਚਾਹੁੰਦਾ ਹੈ, ਮੁਕਤ, ਕੀ ਕਰੇਗਾ ਆਖਿਰ? ਉਹਦੇ ਲਈ ਆਪਸ਼ਨ ਕੀ ਇਸ ਧਰਤੀ ਤੇ? ਉਹ ਆਪਸ਼ਨ ਇਹ ਹੈ ਕਿ ਉਹ ਧਾਰਮਿਕ ਕੋਈ ਯਤਨ ਕਰੇ, ਉਪਰਾਲੇ ਕਰੇ, ਚੰਗੇ ਕਰਮਾਂ ਦੇ ਵਿੱਚ ਹਿੱਸਾ ਪਾਵੇ, ਬਚ ਜਾਏ। ਪਰ ਮਹਾਰਾਜ ਇਸ ਸ਼ਲੋਕ ਵਿੱਚ ਇਹ ਗੱਲ ਕਹਿ ਰਹੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਕੋਸ਼ਿਸ਼ ਕਰ ਰਹੇ ਹਾਂ, ਟਰਾਈ ਕਰ ਰਹੇ ਹਾਂ, ਪਰ ਇਹ ਮਾਨ, ਇਹ ਹੰਕਾਰ ਲੈ ਨਹੀਂ ਰਿਹਾ। ਕਿਹੋ ਜਿਹੀ ਚੀਜ਼ ਹੋਏਗੀ ਤੁਸੀਂ ਸੋਚੋ। ਹੁਣ ਉਹ ਕਿਹੜੇ ਯਤਨ ਬੰਦਾ ਕਰਦਾ ਹੈ? ਥੋੜੇ ਜਿਹੇ ਬਾਣੀ ਚੋਂ ਪ੍ਰਮਾਣ ਲੈ ਲੈਂਦੇ ਆ। ਗੁਰੂ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਆਖੇ ਨੇ ਨਾ, ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਆਸਾ ਕੀ ਵਾਰ ਦੇ ਵਿੱਚ ਸ਼ਲੋਕ ਹੈ। ਸਤਿਆ ਕਹਿੰਦੇ ਨੇ ਜਿਹੜਾ ਦਾਨੀ ਕਿਸਮ ਦਾ ਬੰਦਾ ਹੁੰਦਾ, ਇਹ ਸੋਚ ਰੱਖਦਾ ਮੈਂ ਕੁਝ ਦੇਣਾ ਚਾਹੁੰਦਾ ਵਾਂ, ਮੇਰੇ ਕੋਲ ਹੈਗਾ, ਮੈਂ ਕੁਝ ਵੰਡਣਾ ਚਾਹੁੰਦਾ ਦੁਨੀਆ ਨੂੰ। ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਉਹਦੇ ਮਨ 'ਚ ਦੇਣ ਦੀ ਵਿਚਾਰ ਹੈ,
ਪਰ ਮਹਾਰਾਜ ਕਹਿੰਦੇ ਨੇ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਹੁਣ ਉਹ ਦਾਨੀ ਤਾਂ ਸੀ, ਪਰਉਪਕਾਰੀ ਤਾਂ ਸੀ, ਪਰ ਜਿਹੜੀ ਸ਼ੋਭ ਕਰੇ ਸੰਸਾਰ ਦੀ ਲਾਲਸਾ ਭੁੱਖ ਹੈ ਉਹ ਉਹਦੇ ਕੀਤੇ ਹੋਏ ਦਾਨ ਉੱਤੇ ਇੱਕ ਕਾਲਖ ਲਾ ਰਹੀ ਹੈ, ਹਉਮੈ ਬਣ ਰਹੀ ਹੈ। ਉਹ ਮਨ ਦੇ ਵਿੱਚ ਕੁਝ ਵੱਖਰੀ ਚੀਜ਼ ਬੀਜ ਰਹੀ ਹੈ। ਹੋਣਾ ਤੇ ਚਾਹੀਦਾ ਸੀ ਕਿ ਸ਼ੇਅਰਿੰਗ ਕਰਕੇ, ਸ਼ੇਅਰ ਕਰਕੇ ਬੰਦਾ ਧੀਰਜਵਾਨ ਬਣਦਾ, ਸੰਤੋਖ ਲੈ ਕੇ ਆਂਦਾ, ਆਪਣੇ ਅੰਦਰ ਭਾਈਵਾਲਤਾ ਦਾ ਪ੍ਰੇਮ ਮੁਹੱਬਤ ਪੈਦਾ ਕਰਦਾ। ਹੋਣਾ ਤੇ ਇਹ ਚਾਹੀਦਾ ਸੀ, ਪ੍ਰੈਕਟਿਸ ਤੇ ਉਹੀ ਹੋ ਰਹੀ ਸੀ ਨਾ ਆਖਿਰ। ਪਰ ਜਦੋਂ ਅਖੀਰ ਵਿੱਚ ਸਾਰੇ ਚੰਗਾ ਕਹਿਣ ਮੈਨੂੰ, ਸ਼ੋਭ ਕਰੇ ਸੰਸਾਰ, ਉਹ ਉਲਟ ਵਰਤਾਵਾ ਹੋ ਜਾਏਗਾ। ਹੁਣ ਜੇ ਸ਼ੋਭਾ ਨਾ ਹੋਈ, ਉਹ ਸੈਕਿੰਡ ਟਾਈਮ ਉਹਨਾਂ ਨੂੰ ਨਹੀਂ ਦੇਗਾ। ਖਤਰਨਾਕ ਸੀਨ ਇੱਥੇ ਬਣਦਾ। ਉਹ ਦੇਣ ਲੱਗੇ ਸੋਚੇਗਾ ਜੇ ਸ਼ੋਭਾ ਹੀ ਨਹੀਂ ਹੋਣੀ, ਸ਼ੋਭਾ ਕਰਨੀ ਨਹੀਂ, ਤੇ ਮੈਂ ਦੇ ਕੇ ਕੀ ਕਰਨਾ। ਜੇ ਦੇ ਕੇ ਪਰਉਪਕਾਰ ਕਰਕੇ ਉਹ ਇਹ ਲਾਲਸਾ ਹੀ ਨਾ ਰੱਖੇ, ਬਦਲ ਦੀ ਭਾਵਨਾ ਹੀ ਨਾ ਰੱਖੇ, ਫਿਰ ਉਹਨੂੰ ਕਦੀ ਵੀ ਲਾਈਫ ਦੇ ਵਿੱਚ ਪ੍ਰੋਬਲਮ, ਸਮੱਸਿਆ ਸਾਹਮਣੇ ਦਿਖੇਗੀ ਨਾ, ਉਹ ਆਪਣਾ ਆਪਾਂ ਵਾਰਨ ਲੱਗਿਆ, ਕੁਰਬਾਨ ਕਰਨ ਲੱਗਿਆ, ਉਹ ਚਿਰ ਨਹੀਂ ਲੈਗਾ। ਕਿਉਂਕਿ ਉਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਹੈ, ਬਦਲ ਨਹੀਂ ਚਾਹੀਦਾ ਉਹਨੂੰ। ਬਾਣੀ ਕਹਿੰਦੇ ਨਾ ਆਸਾਂ ਵਿਚਤ ਦੁੱਖ ਕਣਾ। ਜਦੋਂ ਤੁਸੀਂ ਬਦਲ ਦੀ ਭਾਵਨਾ ਦੇ ਵਿੱਚ ਧਾਰਮਿਕ ਕਰਮ ਕਰ ਰਹੇ ਹੁੰਦੇ ਹੋ, ਆਸ ਰੱਖ ਕੇ, ਤੇ ਜੋ ਪੂਰੀ ਨਾ ਹੋਵੇ ਤੇ ਕੀ ਹੋਏਗਾ? ਨਿਰਾਸ਼ਾ। ਆਸਾਂ ਵਿੱਚ ਅਤ ਦੁੱਖ ਘਣਾ। ਘਣਾ ਕਹਿੰਦੇ ਨੇ ਬਹੁਤ ਦੁੱਖ ਲੁਕਿਆ ਹੋਏਗਾ, ਕਿਉਂਕਿ ਬੰਦੇ ਦੀ ਝੋਲੀ ਜ਼ਿਆਦਾ ਵੱਡੀ ਹੈ, ਉਹ ਪਈ ਨਹੀਂ ਖੁਰਾਕ ਵਿੱਚ। ਉਹਨੂੰ ਲੱਗੇਗਾ ਮੈਂ ਕੰਗਾਲ ਹੋ ਗਿਆ ਕਿਸੇ ਪਾਸਿਓਂ। ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ, ਸਾਡਾ ਮਾਣ ਜਿਹੜਾ ਨਾ, ਸਾਡਾ ਅਦਬ ਦੂਜਿਆਂ ਦੇ ਬੇਸ ਤੇ ਖੜਾ ਹੈ, ਦੂਜਿਆਂ ਦੇ ਮੋਢੇ ਤੇ ਹੈ। ਤੁਸੀਂ ਸੋਚੋ ਬੰਦਾ ਦੁਨੀਆ ਦਾ ਕਿੱਡਾ ਕੰਗਾਲ ਹੋਏਗਾ ਜਿਹਦਾ ਆਪਣਾ ਹੀ ਸਵੈ ਮਾਣ ਕਿਸੇ ਦੇ ਪੈਰਾਂ ਦੇ ਵਿੱਚ ਪਿਆ, ਕਿਸੇ ਦੇ ਮੋਢਿਆਂ ਤੇ। ਅਗਰ ਉਹ ਕਰੇਗਾ ਤਾਂ ਉਹਨੂੰ ਲੱਗੇਗਾ ਮੈਂ ਕੋਈ ਚੀਜ਼ ਹੈਗੀ ਆ, ਮੇਰਾ ਮਾਣ ਹੈ। ਅਦਰਵਾਈਜ਼ ਅਪਮਾਨਿਤ ਹੀ ਸਮਝ ਰਿਹਾ ਹੈਗਾ ਆਪਣੇ ਆਪ ਨੂੰ। ਉਹ ਉਧਾਰੀ ਜ਼ਿੰਦਗੀ ਜੀ ਰਿਹਾ, ਉਹਦਾ ਸਾਰਾ ਕੁਝ ਉਧਾਰ ਹੈ ਧਰਤੀ ਤੇ। ਉਹ ਹਰ ਇੱਕ ਚੀਜ਼ ਦੂਜੇ ਦੇ ਵੱਲੋਂ ਆਈ ਆਪਣੀ ਖੁਰਾਕ ਸਮਝਦਾ। ਤੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਜਿਹਦੀ ਖੁਰਾਕ ਬਣ ਜਾਏ ਨਾ, ਉਹਦੇ ਆਲੇ ਦੁਆਲੇ ਇਰਦ ਗਿਰਦ ਦੇ ਲੋਕ ਉਹ ਕਹਿੰਦੇ ਨੇ ਕੋਈ ਗੱਲ ਹੀ ਨਹੀਂ, ਪੱਠੇ ਪਾਉਣਾ ਕਿਹੜੀ ਵੱਡੀ ਗੱਲ ਹੈ, ਪਾ ਦੋ ਹਉਮੈ ਦੇ ਪੱਠੇ। ਉਹ ਪਾ ਵੀ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਖਬਰ ਹੋ ਚੁੱਕੀ ਹੁੰਦੀ ਹੈ। ਹੁਣ ਔਰੰਗਜ਼ੇਬ ਨੂੰ ਟੋਕਣ ਵਾਲੇ ਤਾਂ ਬਹੁਤ ਹੋਣਗੇ, ਪਰ ਉਹ ਹਿੰਮਤ ਕਿਉਂ ਨਹੀਂ ਕਰ ਰਹੇ ਸਨ? ਉਹਨਾਂ ਨੂੰ ਪਤਾ ਹੈ ਇਹ ਖੁਰਾਕ ਇਹਦੀ ਹੋਰ ਕੁਝ ਹੈ, ਇਹ ਬਰਦਾਸ਼ਤ ਨਹੀਂ ਕਰੇਗਾ ਜੇ ਅਸੀਂ ਇਹਨੂੰ ਕੁਝ ਕਹਿ ਦਿੱਤਾ। ਪਰ ਗੁਰੂ ਮਹਾਰਾਜ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਦਾ ਇਹ ਘਰ, ਉਹ ਸਿੱਧਾ ਸਿੱਧਾ ਉਹਨੂੰ ਸ਼ੀਸ਼ਾ ਵਿਖਾ ਰਹੇ ਆ। ਅਗਰ ਉਹਦੀ ਹਉਮੈ ਨੂੰ ਗੁਰੂ ਘਰ ਵੀ ਪੱਠੇ ਪਾ ਦਿੰਦਾ, ਤੁਸੀਂ ਸੋਚੋ ਇੰਡੀਆ ਦਾ ਹਾਲ ਕੀ ਹੋਣਾ ਸੀ। ਅਜੇ ਤੱਕ ਕਸ਼ਮੀਰੀ ਲੋਕ ਹੀ ਤੜਫੇ ਸਨ ਨਾ, ਕੱਲਾ ਕੱਲਾ ਬੰਦਾ ਤੜਫ ਜਾਣਾ ਸੀ ਭਾਰਤੀ। ਕੋਈ ਮੰਦਰ ਨਹੀਂ ਸੀ ਬਚਣਾ, ਕੋਈ ਇਬਾਦਤ ਗਾਹ ਨਹੀਂ ਸੀ ਰਹਿਣੀ। ਇਹੀ ਘਰ ਸੀ ਸਿਰਫ, ਜਿਹਨੇ ਇੱਕ ਬ੍ਰੇਕ ਲਾਈ, ਇੱਕ ਸਟਾਪ ਸਾਈਨ ਦਿਖਾਇਆ, ਇੱਕ ਰੋਕ ਲਾਈ, ਇੱਥੇ ਰੁਕਣਾ ਹੀ ਪੈਣਾ ਤੈਨੂੰ, ਇਹ ਤੋਂ ਅੱਗੇ ਤੈਨੂੰ ਜਾਣ ਨਹੀਂ ਦਿੱਤਾ ਜਾ ਸਕਦਾ। ਖਤਰਨਾਕ ਹੈ। ਉਹਦੀ ਸ਼ੁਕਦੀ ਹੋਈ ਕਿਰਪਾਨ ਦੇ ਅੱਗੇ ਆਪਣੇ ਆਪ ਨੂੰ ਢਾਲ ਬਣ ਕੇ ਪੇਸ਼ ਕਰ ਦੇਣਾ, ਇਹ ਤੋਂ ਅੱਗੇ ਤਾਂ ਨਿਕਲੇਗੀ। ਪਹਿਲਾਂ ਇੱਥੇ ਵਾਰ ਰੋਕਣਾ ਪੈਣਾ, ਇੱਥੇ ਵਾਰ ਤੂੰ ਕਰੇਂਗਾ ਤੇ ਅੱਗੇ ਜਾਏਗੀ। ਆਪਣਾ ਆਪਾ ਖੜਾ ਕਰ ਦਿੱਤਾ ਮਹਾਰਾਜ ਜੀ ਨੇ ਉਹਦੇ ਸਾਹਮਣੇ। ਉਹਦੀ ਖੁਰਾਕ ਨਹੀਂ ਭਾਵੇਂ ਪੂਰੀ ਹੋਈ, ਬੜੀ ਤਕਲੀਫ ਹੋਈ ਉਹਨੂੰ। ਤੁਸੀਂ ਹਿਸਟਰੀ 'ਚ ਪੜ੍ਹੋਗੇ, ਅਗਲਾ ਜ਼ੋਰ ਲਾਉਂਦਾ ਰਹਿ ਗਿਆ ਇਹਨਾਂ ਦਾ ਘਰ ਢਹਿ ਜਾਏ, ਗੁਰੂ ਗੋਬਿੰਦ ਸਿੰਘ ਫੜੇ ਜਾਣ, ਗੁਰੂ ਗੋਬਿੰਦ ਸਿੰਘ ਈਨ ਮੰਨ ਲੈਣ, ਬਾਕੀ ਸਭ ਕੁਝ ਇੱਕ ਪਾਸੇ ਸੀ। ਉਹਨੇ ਸਾਰੀ ਤਾਕਤ ਝੋਂਕ ਦਿੱਤੀ ਅਨੰਦਪੁਰ ਵੱਲ। ਲਾਹੌਰ, ਕਸ਼ਮੀਰ, ਦਿੱਲੀ, ਸਰਹੰਦ, ਸਾਰੇ ਥਾਂ ਦੀ ਆਰਮੀ ਕੱਲੀ ਅਨੰਦਪੁਰ ਨੂੰ ਘੇਰ ਕੇ ਬੈਠੀ ਹੋਵੇ। 7 ਮਹੀਨੇ ਕਿੰਨਾ ਵੱਡਾ ਬਜਟ ਗਵਰਨਮੈਂਟ ਦਾ ਲੱਗ ਗਿਆ ਹੋਏਗਾ, ਕਿੰਨਾ ਜ਼ੋਰ ਲੱਗ ਗਿਆ। ਕਿੰਨੇ ਲੋਕ ਮਰ ਗਏ ਹੋਣੇ ਨੇ ਬਿਮਾਰ ਹੋ ਕੇ ਬਾਹਰ ਜਿਹੜੇ ਸਨ, ਪਰ ਗੁਰੂ ਨਹੀਂ ਫੜਿਆ ਗਿਆ ਅਗਲਿਆਂ ਕੋਲੋਂ। ਸ਼ਰਮਿੰਦਗੀ ਦਾ ਅਹਿਸਾਸ ਲੈ ਕੇ ਸਰਹੰਦ ਪਰਤਿਆ ਸੀ ਵਜ਼ੀਰ ਖਾਂ। ਕੀ ਕਰਾਂਗਾ? ਜਦੋਂ ਸਾਹਿਬਜ਼ਾਦੇ ਹੱਥ ਆਏ, ਬਸ ਉਹ ਕਹਿੰਦਾ ਹੁਣ ਦੱਸਾਂਗੇ।
ਇਹਨਾਂ ਨੂੰ ਫੜ ਲਓ, ਮਾਂ ਨੂੰ ਡੱਕ ਲਓ, ਗੁਰੂ ਗੋਬਿੰਦ ਸਿੰਘ ਤਾਂ ਭੱਜੇ ਆਉਣਗੇ। ਪਰ ਉਹਨੂੰ ਕੀ ਪਤਾ ਸੀ ਕਿ ਜਿਹੜੇ ਤੇਰੇ ਕੋਲ ਨੇ ਨਾ, ਤੇਰੇ ਹਵਾਲੇ 'ਚ ਨੇ, ਜਦੋਂ ਤੂੰ ਕਚਹਿਰੀ ਲਾਏਗਾ ਨਾ, ਇਹਨਾਂ ਨੇ ਅਹਿਸਾਸ ਦਿਖਾ ਦੇਣਾ ਕਿ ਇਹ ਕੌਣ ਨੇ। ਇਹ ਪਹਿਲਾ ਕਦਮ ਹੀ ਤੇਰੀ ਅਗਰ ਕਚਹਿਰੀ 'ਚ ਰੱਖਣਗੇ ਨਾ, ਤੈਨੂੰ ਸਮਝ ਆ ਜਾਣੀ ਹੈ ਕਿ ਇਹ ਤੈਨੂੰ ਕੁਝ ਦਿਖਾ ਰਹੇ ਨੇ, ਤੈਨੂੰ ਸ਼ੀਸ਼ਾ ਦਿਖਾਇਆ ਜਾਏਗਾ। ਔਰ ਵਾਕਈ ਇਦਾਂ ਹੋਇਆ। ਸਾਹਿਬਜ਼ਾਦਿਆਂ ਨੇ ਜਿਹੜਾ ਪੈਰ 'ਚ ਪਾਈ ਜੁੱਤੀ ਦਾ ਪਹਿਲਾ ਸਟੈਪ ਅੰਦਰ ਵਾੜਿਆ ਸੀ ਨਾ, ਬਹੁਤ ਵੱਡੀ ਚਪੇੜ ਸੀ ਉਹਦੇ ਮੂੰਹ ਦੇ ਉੱਤੇ। ਤੂੰ ਹਾਰ ਚੁੱਕਾ ਹੈ, ਤੂੰ ਹਾਰਿਆ ਹੋਇਆ ਇਸ ਵੇਲੇ। ਤੂੰ ਆਪਣੇ ਹੁਕਮ ਨਾਲ, ਆਪਣੀ ਪਾਵਰ ਨਾਲ ਤੂੰ ਕੁਝ ਵਿਗਾੜ ਤਾਂ ਸਕਦਾ ਸਾਡੇ ਸਰੀਰਕ ਤੌਰ ਤੇ, ਪਰ ਤੂੰ ਜੋ ਚਾਹੁੰਦਾ ਨਾ ਈਨ ਮਨਾਉਣਾ, ਉਹ ਹੋਣਾ ਨਹੀਂ ਤੇਰੇ ਕੋਲੋਂ। ਤੂੰ ਬਹੁਤ ਕਮਜ਼ੋਰ ਹੈ ਇਸ ਪੱਖ ਤੋਂ। ਤੇ ਕਲਗੀਧਰ ਦੇ ਤੇ ਤੂੰ ਸੁਪਨਾ ਹੀ ਨਾ ਲੈ, ਉਸ ਪਿਤਾ ਬਾਰੇ ਤੇ ਤੂੰ ਸੋਚ ਹੀ ਨਾ ਕਿ ਉਹ ਕਿਤੇ ਤੁਹਾਡੇ ਅੱਗੇ ਝੁਕ ਜਾਣਗੇ, ਈਨ ਤੁਹਾਡੀ ਕਬੂਲ ਕਰ ਲੈਣਗੇ, ਸਭ ਕੁਝ ਤਿਆਗ ਦੇਣਗੇ, ਛੱਡ ਦੇਣਗੇ, ਉਹ ਆਪਣੇ ਅਸੂਲਾਂ ਦੀ ਪਾਲਣਾ ਛੱਡ ਦੇਣਗੇ। ਇਦਾਂ ਹੋ ਹੀ ਨਹੀਂ ਸਕਦਾ ਕਦੀ ਵੀ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਹੋ ਗਏ, ਮਾਤਾ ਜੀ ਹੋ ਗਏ, ਕਲਗੀਧਰ ਮਹਾਰਾਜ ਤੇ ਕਿੰਨੇ ਤਮਾਮ ਸਿੱਖ, ਉਹਨਾਂ ਦੀਆਂ ਲਾਸ਼ਾਂ ਵਿਛ ਗਈਆਂ ਚਮਕੌਰ ਦੇ ਉਸ ਮੈਦਾਨ ਦੇ ਵਿੱਚ। ਮਹਾਰਾਜ ਔਰੰਗਜ਼ੇਬ ਨੂੰ ਇੱਕ ਚਿੱਠੀ ਪਾਉਂਦੇ ਨੇ, ਇਤਿਹਾਸਕਾਰ ਕਹਿੰਦੇ ਨੇ ਉਹਦੇ ਵਿੱਚ ਬਸ ਇਹੀ ਇੱਕ ਗੱਲ ਦਰਜ ਸੀ ਕਿ ਔਰੰਗਜ਼ੇਬ ਦੇਖ ਤੂੰ ਹਾਰਿਆ ਹੈ, ਅਸੀਂ ਹਾਰ ਕੇ ਵੀ ਜਿੱਤ ਗਏ ਹਾਂ, ਕਿਉਂਕਿ ਜੋ ਤੂੰ ਚਾਹੁੰਦਾ ਸੀ ਉਹ ਤਾਂ ਨਹੀਂ ਨਾ ਹੋਇਆ। ਤੂੰ ਚਾਹੁੰਦਾ ਸੀ ਨਾ ਕਿ ਬਈ 10ਵਾਂ ਨਾਨਕ ਹੀ ਈਨ ਮੰਨ ਲਏਗਾ, ਆਪਣੀ ਮਨਾ ਲਾਂਗੇ, ਦੁਨੀਆ ਨੂੰ ਤਾਕਤ ਵਿਖਾ ਦਾਂਗੇ। ਹੋਇਆ ਨਹੀਂ ਤੇਰੇ ਕੋਲੋਂ ਉਹ ਕੰਮ, ਹਾਰ ਚੁੱਕਾ ਤੂੰ ਇਸ ਵੇਲੇ। ਉਸ ਹਾਰ ਦੇ ਸਦਮੇ ਵਿੱਚ ਔਰੰਗਜ਼ੇਬ ਮਰਿਆ। ਤੁਸੀਂ ਸੋਚੋ, ਉਹ ਸਦਮਾ ਹੀ ਉਹਨੂੰ ਲੈ ਡੁੱਬਿਆ ਸੀ। ਗੁਰੂ ਮਹਾਰਾਜ ਕਹਿੰਦੇ ਨੇ ਕਿ ਜਦੋਂ ਬੰਦਾ ਕਈ ਵਾਰੀ ਧਾਰਮਿਕ ਐਫਰਟ ਵੀ ਕਰ ਰਿਹਾ ਹੁੰਦਾ ਨਾ, ਔਰ ਹਉਮੈ ਚੋਂ ਨਿਕਲਣ ਦੀ ਪ੍ਰੈਕਟਿਸ ਦੇ ਜਿਹੜੇ ਕਦਮ ਨੇ, ਬਾ ਕਮਾਲ ਤੇ ਸੁੰਦਰ ਕਦਮ ਨੇ, ਉਹਨਾਂ ਦੀ ਪ੍ਰੈਕਟਿਸ ਦੇ ਵਿੱਚ ਵੀ ਇੱਕ ਹਉ ਲੁਕੀ ਹੁੰਦੀ ਹੈ। ਉੱਥੇ ਜਾ ਕੇ ਬੰਦੇ ਨੂੰ ਸੋਚਣਾ ਚਾਹੀਦਾ ਹੈ, ਇੱਥੇ ਮੈਂ ਕਿੱਦਾਂ ਬਚ ਸਕਦਾ ਹਾਂ। ਮੈਂ ਉਦਾਹਰਣ ਦਿੱਤੀ ਸੀ ਕਿ ਦੀਵੇ ਦੇ ਵਿੱਚ ਵੱਟੀ ਹੈ, ਤੇਲ ਹੈ, ਉਹ ਰੋਸ਼ਨੀ ਲਈ ਬਹੁਤ ਕੁਝ ਹੈ। ਗੁਆਚੀਆਂ ਚੀਜ਼ਾਂ ਤੁਹਾਨੂੰ ਲੱਭ ਕੇ ਦੇ ਸਕਦਾ ਉਹ ਨਿੱਕਾ ਜਿਹਾ ਦੀਵਾ, ਉਹਦੀ ਲਾਟ ਪੂਰੇ ਘਰ 'ਚ ਰੋਸ਼ਨੀ ਕਰ ਸਕਦਾ, ਮਹਿਲ ਪੂਰਾ ਰੋਸ਼ਨਾਈ ਨਾਲ ਭਰ ਸਕਦਾ। ਪਰ ਉਸ ਜਗਦੇ ਹੋਏ ਦੀਵੇ ਦੇ ਵਿੱਚ ਵੀ ਨਾ, ਤੁਸੀਂ ਵੇਖੋ ਐਵੇਂ ਹੱਥ ਕਰਕੇ ਵੇਖੋ, ਉਸ ਲਾਟ ਦੇ ਉੱਤੇ ਹੱਥ ਕਾਲਾ ਕਰ ਦੇਗੀ ਉਹ ਲਾਟ। ਉਹਦੇ ਵਿੱਚ ਵੀ ਇੱਕ ਕਾਲਖ ਲੁਕੀ ਹੋਈ ਹੈ ਜੋ ਦਿਖਾਈ ਨਹੀਂ ਦੇ ਰਹੀ, ਹੈਗੀ ਹੈ। ਸੋ ਮਹਾਰਾਜ ਨੇ ਆਖਿਆ, ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਸਾਰੇ ਚੰਗੇ ਕੰਮ ਨਹੀਂ ਹੈਗੇ। ਪਾਠ ਪੜਨਾ, ਪਾਠ ਪੜਿਓ ਔਰ ਵੇਦ ਵਿਚਾਰਿਓ। ਵੇਦਾਂ ਨੂੰ ਵਿਚਾਰਨਾ, ਵਿਚਾਰ ਕਰਨੀ ਚੰਗਾ ਐਫਰਟ ਹੈ, ਚੰਗਾ ਉਪਰਾਲਾ ਹੈ, ਧਾਰਮਿਕ ਉਪਰਾਲਾ ਹੈ। ਪਾਠ ਪੜਿਓ ਔਰ ਵੇਦ ਵਿਚਾਰਿਓ। ਨਿਮਲ ਭੁਯੰਗਮ ਸਾਧੇ, ਨਿਉਲੀ ਕਰਮ ਕਰਨੇ, ਜੋਗੀਆਂ ਵਾਲੇ ਆਸਣ ਲਾਣੇ, ਆਪਣਾ ਧਿਆਨ ਟਿਕਾਣਾ, ਆਪਣੀ ਸੁਰਤ ਨੂੰ ਕਾਇਮ ਰੱਖਣ ਦੀ ਪ੍ਰੈਕਟਿਸ ਕਰਨੀ। ਨਿਮਲ ਭੁਯੰਗਮ ਸਾਧੇ। ਪਰ ਮਹਾਰਾਜ ਕਹਿੰਦੇ ਨੇ, ਪੰਜ ਜਨਾਂ ਸਿਓ ਸੰਗ ਨਾ ਛੁੱਟ ਕਿਓ, ਅਧਿਕ ਅਹੰਗ ਬੁੱਧ ਬਾਦੇ। ਇਹ ਹੈ ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਜਦੋਂ ਬੰਦਾ ਉਸ ਸਟੇਜ ਤੇ ਪਹੁੰਚ ਜਾਂਦਾ, ਉਹ ਕਹਿੰਦਾ ਹੋਰ ਕੀ ਕਰਾਂ ਇਸ ਤੋਂ ਬਾਅਦ, ਤੀਜੀ ਆਪਸ਼ਨ ਹੀ ਨਹੀਂ ਹੈਗੀ, ਕਰਾਂ ਕੀ ਇਸ ਤੋਂ ਬਾਅਦ ਮੈਂ। ਜਪ ਬਾਣੀ ਦੀ ਪੌੜੀ ਪੜ੍ਹਦੇ ਆ ਨਾ, ਉੱਥੇ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ। ਇਹ ਵੀ ਤੇ ਸਾਰੇ ਧਾਰਮਿਕ ਚੰਗੇ ਕੰਮ ਹੀ ਨੇ। ਤੀਰਥਾਂ ਤੇ ਜਾਣਾ ਭਾਵ ਧਾਰਮਿਕ ਸਥਲ ਤੇ ਜਾਣਾ। ਤੀਰਥ ਤਪ, ਆਪਣੇ ਆਪ ਨੂੰ ਤਪਾਉਣਾ, ਪਛਾਣ ਕਰ ਲੈਣਾ, ਸਰੀਰ ਕਸ਼ਟ ਦੇ ਦੇਣੇ। ਤੀਰਥ ਤਪ, ਦਇਆ, ਦਤ ਦਾਨ। ਦਤ ਕਹਿੰਦੇ ਨੇ ਦਿੱਤਾ ਹੋਇਆ ਦਾਨ, ਬਾਏ ਹੈਂਡ, ਆਪਣੇ ਹੱਥ ਰਾਹੀਂ, ਕਿਸੇ ਦੇ ਥਰੂ ਨਹੀਂ, ਆਪ ਦਿੱਤਾ ਜਾ ਕੇ, ਦਤ ਦਾਨ। ਪਰ ਜੇ ਕੋ ਪਾਵੇ ਤਿਲ ਕੋ ਮਾਣ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ। ਸਿਰਫ ਤਿਲ ਮਾਤਰ ਅਦਬ ਚਾਣ ਦੀ ਭੁੱਖ ਦੇ ਵਿੱਚ ਇਹ ਸਾਰਾ ਕੀਤਾ ਗਿਆ ਕੰਮ ਸੀ। ਫਿਰ ਤੀਰਥ ਬਰਤ ਅਰ ਦਾਨ ਕੀਏ। ਤੀਰਥ ਬਰਤ, ਇਹ ਸਾਰੇ ਜਿਹੜੇ ਧਾਰਮਿਕ ਕੰਮ ਕੀਤੇ। ਮਨ ਮੇ ਧਰੇ ਗੁਮਾਨ। ਨਿਕਲ ਨਹੀਂ ਪਾ ਰਿਹਾ ਬੰਦਾ, ਨਿਕਲ ਵੀ ਨਹੀਂ ਸਕਦਾ ਏਦਾਂ। ਇਸ ਸਲੋਕ ਦੇ ਵਿੱਚ
ਇੱਕ ਇੱਕ ਅਗਲੇਰੀ ਗੱਲ ਮਹਾਰਾਜ ਕਹਿਣਾ ਚਾਹੁੰਦੇ ਨੇ ਕਿ ਜਦੋਂ ਧਾਰਮਿਕ ਐਫਰਟ ਕਰਮ ਕੀਤਿਆਂ ਵੀ ਪ੍ਰੋਬਲਮ ਉੱਥੇ ਦੀ ਉੱਥੇ ਹੈ, ਫਿਰ ਇੱਕ ਕੰਮ ਹੋਰ ਬਚਦਾ ਹੈ, ਉਹ ਤੀਜੀ ਆਪਸ਼ਨ ਹੈ। ਉਹ ਕੀ ਹੈ? ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਢਹਿ ਜਾਣਾ, ਇਹਨੂੰ ਬਾਣੀ ਅਰਦਾਸ ਵੀ ਕਹਿੰਦੀ ਹੈ, ਸਮਰਪਣ ਹੋਣਾ ਵੀ ਕਹਿੰਦੀ ਹੈ, ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਵੀ ਕਹਿੰਦੀ ਹੈ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਜਿੱਥੇ ਤੁਹਾਨੂੰ ਇਉਂ ਲੱਗਣ ਲੱਗ ਪਿਆ ਕਿ ਮੈਂ ਕਮਜ਼ੋਰ ਪੈ ਰਿਹਾ ਵਾਂ, ਮੈਂ ਇਕੱਲਾ ਵਾਂ, ਜਿਨ੍ਹਾਂ ਨਾਲ ਮੈਂ ਲੜਨਾ ਚਾਹੁੰਦਾ ਨਾ, ਉਹ ਤਾਕਤ ਵਿੱਚ ਹੈ, ਉਹ ਤਾਕਤ ਵਾਲੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਕਤਾਂ ਬਹੁਤ ਵੱਡੀਆਂ ਨੇ, ਵੱਡੀਆਂ ਤਾਕਤਾਂ ਨਾਲ ਮੇਰਾ ਵਾਹ ਪਿਆ ਇਸ ਵੇਲੇ, ਪਰ ਮੈਂ ਇਸ ਵੇਲੇ ਇਕੱਲਾ ਵਾਂ। ਪਿਛਲੇ ਦਿਨੀ ਮੈਂ ਇੱਕ ਸ਼ਬਦ ਸਾਂਝਾ ਕੀਤਾ ਸੀ ਕਬੀਰ ਸਾਹਿਬ ਦਾ, ਜਿੱਥੇ ਉਹਨਾਂ ਨੇ ਆਖਿਆ ਪੰਜਾਂ ਦੀ ਇੱਕ ਆਪਣੀ ਫੌਜ ਵੀ ਬੜੀ ਵੱਡੀ ਹੈ। ਇਹਨਾਂ ਦੀ ਫੌਜ ਹੈ, ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਫੌਜ ਪਾਲੀ ਬੈਠੇ ਨੇ। ਕਾਮ ਕਿਵਾਰੀ ਦੁੱਖ ਸੁਖ ਦਰਬਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਤੈ ਮਨ ਮਾਂ ਵਾਸੀ ਰਾਜਾ। ਬੜੀ ਵੱਡੀ ਫੌਜ ਹੈ ਇਹਨਾਂ ਦੇ ਕੋਲ। ਤੇ ਉੱਥੇ ਕਬੀਰ ਸਾਹਿਬ ਜੀ ਨੇ ਇੱਕ ਪੰਕਤੀ ਦੇ ਵਿੱਚ ਆਖਿਆ, ਕਹਿੰਦੇ ਨੇ ਮੈਂ ਇਕੱਲਾ ਇੱਕ ਪਾਸੇ ਲੜ ਰਿਹਾ ਨਾ ਸਾਰਿਆਂ ਦੇ ਨਾਲ, ਕਿਉਂ ਲੀਜੇ ਗੜਬੰਕਾ ਭਾਈ, ਮੈਂ ਕਿੱਦਾਂ ਕੰਟਰੋਲ ਕਰਾਂ ਸਾਰਾ ਸਿਸਟਮ। ਕਿਉਂ ਲੀਜੇ ਗੜਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 5 25 ਮੋਹ ਮਦ ਮਤਸਰ, ਆਡੀ ਪਰਮਲ ਮਾਇਆ, ਜਨ ਕਰੀਬ ਕੋ ਜੋਰ ਨਾ ਚੱਲੇ, ਕਹਾਂ ਕਰੋ ਰਘੁਰਾਇਆ। ਜਿੱਥੇ ਬੰਦੇ ਨੂੰ ਐਂ ਲੱਗਣ ਲੱਗ ਪਿਆ ਕਿ ਕਮਜ਼ੋਰ ਪੈ ਗਿਆ, ਮੈਂ ਇਕੱਲਾ ਪੈ ਰਿਹਾ ਵਾਂ, ਢਹਿ ਸਕਦਾ ਵਾਂ ਇੱਥੇ, ਉੱਥੇ ਫਿਰ ਇੱਕ ਥਾਪੜਾ ਦੀ ਲੋੜ ਹੁੰਦੀ ਹੈ, ਇੱਕ ਐਪਰੀਸ਼ੀਏਸ਼ਨ ਦੀ ਲੋੜ ਹੁੰਦੀ ਹੈ, ਇੱਕ ਅਹਿਸਾਸ ਦਿਵਾਉਣ ਵਾਲੇ ਦੀ ਲੋੜ ਹੁੰਦੀ ਹੈ ਕਿ ਉਹ ਕਵੇ ਨਹੀਂ ਤੂੰ ਤਗੜਾ ਹੋ, ਢਹਿ ਨਾ ਇਹਨਾਂ ਦੇ ਅੱਗੇ। ਜਦੋਂ ਇਹ ਸ਼ਬਦ ਵੀ ਅਸੀਂ ਬਾਣੀ 'ਚ ਪੜ੍ਹਦੇ ਹਾਂ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ, ਜਿੱਥੇ ਉਹਨਾਂ ਨੇ ਆਖਿਆ ਕਿ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਕਿਹਦੇ ਵੱਲੋਂ ਲੜਾਂ, ਕਿਹੜੀ ਟੀਮ ਵੱਲੋਂ ਲੜਾਂ। ਹੁਣ ਸਾਹਮਣੇ ਤਾਂ ਤਗੜੇ ਖਲੋਤੇ ਹੋਏ ਨੇ ਸਾਰੇ। ਹਉ ਗੁਸਾਈ ਦਾ ਪਹਿਲਵਾਨੜਾ, ਪਹਿਲਵਾਨੜਾ ਛੋਟਾ ਜਾ, ਅਦਨਾ ਜਾ, ਬਹੁਤੀ ਤਾਕਤ ਨਹੀਂ ਹੈਗੀ ਮੇਰੇ ਕੋਲ। ਹਉ ਗੁਸਾਈ ਦਾ, ਉਹਦੇ ਵੱਲੋਂ ਹੋ ਕੇ ਲੜ ਰਿਹਾ ਹੁਣ, ਉਹਦਾ ਆਸਰਾ ਲੈ ਕੇ, ਉਹਦਾ ਇੱਕ ਥਾਪੜੇ ਦੀ ਲੋੜ ਸੀ ਬਸ ਮੇਰੇ ਉੱਤੇ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵੇਖੇ ਆਪ ਜੀਓ, ਵਾਟ ਵਟਨ ਟਮਕ ਭੇਰੀਆਂ। ਸਾਰਾ ਸੀਨ ਦਿਖਾਇਆ ਕਿ ਜਦੋਂ ਮਾਲਾ ਖਾੜੇ ਲੱਗਦੇ ਹੁੰਦੇ ਸਨ, ਦੋ ਟੀਮਾਂ ਖੜੋਤੀਆਂ ਹੁੰਦੀਆਂ ਨੇ। ਫਿਰ ਉੱਥੇ ਆਖਿਆ ਨਿਹੱਥੇ 5 ਜਵਾਨ, ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਬਸ ਗੁਰੂ ਦੇ ਥਾਪੜੇ ਦੀ ਉਡੀਕ ਕਰ ਰਿਹਾ ਸਾਂ, ਸਾਰੇ ਚਿੱਤ ਕਰ ਦਿੱਤੇ, ਢਾਹ ਦਿੱਤੇ। ਇਹ ਪ੍ਰੈਕਟੀਕਲ ਵੀ ਹੁੰਦਾ ਹੈ। ਹਿਸਟਰੀ ਵਿੱਚ ਤੁਸੀਂ ਵੇਖੋਗੇ ਨਾ, ਤੁਸੀਂ ਨਾਮ ਸੁਣਿਆ ਹੋਣਾ ਜਰਨੈਲ ਹਰੀ ਸਿੰਘ ਨਲੂਏ ਦਾ। ਹਰੀ ਸਿੰਘ ਨਲੂਏ ਦੀ ਸਿੱਖ ਵਿਹੜੇ ਦੇ ਵਿੱਚ ਅਪਰੋਚ ਕਿੱਦਾਂ ਹੁੰਦੀ ਹੈ, ਉਹ ਪਹੁੰਚਦਾ ਕਿੱਦਾਂ, ਉਹ ਵੀ ਇਸ ਅਖਾੜੇ ਦੀ ਘਟਨਾ ਦੇ ਬਾਅਦ ਦੀ ਗੱਲ ਆਉਂਦੀ ਹੈ। ਉਹਦੀ ਛੋਟੇ ਹੁੰਦੇ ਬੜਾ ਗਠੀਲਾ ਜਿਹਾ ਸਰੀਰ ਸੀ ਹਰੀ ਸਿੰਘ ਨਲੂਏ ਦਾ, ਬੜਾ ਪਹਿਲਵਾਨ ਚੁਸਤ ਜਾ। ਤੁਸੀਂ ਸੋਚੋ ਕਿ ਹਿਸਟਰੀ ਦੇ ਵਿੱਚ ਜਿਹਨੇ ਬਾ ਕਮਾਲ ਘਟਨਾ ਕਰ ਵਿਖਾਈ, ਸ਼ੇਰ ਨਾਲ ਮੁਕਾਬਲਾ ਇਤਿਹਾਸ ਵਿੱਚ ਅਗਰ ਹੋਇਆ ਤੇ ਹਰੀ ਸਿੰਘ ਨਲੂਏ ਦਾ, ਜਿਹੜਾ ਬਿਨਾਂ ਹਥਿਆਰਾਂ ਤੋਂ ਬਗੈਰ ਹੱਥਾਂ ਦੇ ਨਾਲ ਉਹਨੇ ਸ਼ੇਰ ਨਾਲ ਕਿੰਨਾ ਚਿਰ ਘੁਲਦਾ ਲੜਦਾ, ਅਖੀਰ ਉਹਦੇ ਮੂੰਹ ਦੇ ਦੋਵੇਂ ਹਿੱਸੇ ਨੂੰ ਫੜ ਕੇ ਜਬਾੜਾ ਪਾੜ ਦਿੰਦਾ ਆਪਣੇ ਹੱਥਾਂ ਦੇ ਨਾਲ। ਸੋਚੋ ਕਿੱਡਾ ਤਾਕਤ ਵਾਲਾ ਹੋਏਗਾ। ਜਦੋਂ ਮਾਲਾ ਖਾੜੇ ਵਿੱਚ ਗਿਆ ਨਾ, ਉਹਨੇ ਚਿੱਤ ਕਰ ਦਿੱਤੇ ਬੰਦੇ। ਉਹਨੇ ਆਖਿਆ ਜੀ ਹੋਰ ਹੋਣ 2 ਇਕੱਠੇ ਭੇਜੋ, ਚਿੱਤ ਕਰਤੇ 4 ਭੇਜੋ, ਭਲਵਾਨ ਢਾਹ ਕੇ ਰੱਖ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨੇ ਨਾ ਆਪਣੇ ਗਲੇ ਦਾ ਹਾਰ ਉਸੇ ਵੇਲੇ ਲਾ ਕੇ ਤੇ ਉਹਦੇ ਸੂਰਮੇ ਦੇ ਗਲ ਦੇ ਵਿੱਚ ਪਾਤਾ ਸੀ। ਉਹਦੇ ਬਾਅਦ ਆਪਣੇ ਨਾਲ ਹੀ ਰੱਖਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ, ਤੂੰ ਹੁਣ ਸਾਡੇ ਨਾਲ ਹੀ ਰਹਿਣਾ। ਅਜੇ ਛੋਟੀ ਉਮਰ ਦੇ ਵਿੱਚ ਹੀ ਸੀ। ਫਿਰ ਇਤਿਹਾਸ ਵਿੱਚ ਉਹਨੇ ਉਹ ਕਾਰਨਾਮੇ ਵੱਡੇ ਵੱਡੇ ਕਰਕੇ ਵਿਖਾਏ। ਹਿੰਮਤ ਨਹੀਂ ਪਈ ਮੁੜ ਕੇ ਅਬਦਾਲੀਆਂ ਤੇ ਬਾਹਰੋਂ ਆਏ ਹਮਲਾਵਰਾਂ ਦੀ, ਰਸਤਾ ਬੰਦ ਕਰਤਾ ਅਗਲੇ ਨੇ। ਖੈਬਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ, ਜਿੱਥੇ ਨਾਨਕ ਦਾ ਸਿੱਕਾ ਚੱਲਣ ਲੱਗ ਪਿਆ ਹਰੀ ਸਿੰਘ ਨਲੂਏ ਦੀ ਬਦੌਲਤ। ਤੇ ਇੱਕ ਥਾਪੜੇ ਦੀ, ਇੱਕ ਐਪਰੀਸ਼ੀਏਟ ਦੀ ਲੋੜ ਹੁੰਦੀ ਬੰਦੇ ਨੂੰ, ਅਹਿਸਾਸ ਦਿਵਾਉਣ ਦੀ ਕਿ ਤੂੰ ਕਮਜ਼ੋਰ ਨਹੀਂ ਹੈਗਾ, ਢਾਹ ਸਕਦਾ। ਸੋ ਇੱਥੇ ਮਹਾਰਾਜ
ਉਹਦੇ ਹੱਥਾਂ ਵੱਲ ਵੇਖ ਕੇ ਕਹਿ ਰਹੇ ਨੇ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਬਾਣੀ ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਨਾ, ਸਪਰਥਾ ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੋ ਨੀਚ ਮੁਰਖਾਰੇ, ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਜਦੋਂ ਇਹ ਸ਼ਬਦ ਗੁਰੂ ਰਾਮਦਾਸ ਜੀ ਕਹਿ ਰਹੇ ਹੁੰਦੇ ਨੇ, ਅਬ ਹਮ ਚਲੀ ਠਾकुर पे हार, जब हम शरण प्रभु की आई, राख प्रभु भावें मार, लोकन की चतुराई पमा ते बैसंतर जार, कोई भला कहो भावें बुरा कहो, हम तन दियो है टार। जो आवत शरण ठाकुर प्रभ तुमरी, तिस राखो कृपा तार, जन नानक शरण तुम्हारी हर जियो, राखो पैज मुरार। समर्पण ਦੇ ਸ਼ਬਦ ਨੇ ਸਾਰੇ, ਢਹਿ ਜਾਣ। ਜਿੱਥੇ ਹੁਣ ਧਾਰਮਿਕ ਐਫਰਟ ਵੀ ਬਹੁਤਾ ਨਹੀਂ ਸਵਾਰ ਪਾ ਰਹੇ, ਉਹਦੇ ਵਿੱਚ ਵੀ ਹਉਮੈ ਆ ਰਹੀ ਹੈ। ਕਰਮ ਕਰਦਿਆਂ ਇੱਕ ਈਗੋ ਇਕੱਠੀ ਹੁੰਦੀ ਜਾ ਰਹੀ ਹੈ, ਫਿਰ ਉੱਥੇ ਅਰਦਾਸ ਹੀ ਕਰਨੀ ਬਣਦੀ ਹੈ। ਸੋ ਇਸ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਉਸ ਅਹਿਸਾਸ ਨੂੰ ਲੈ ਕੇ ਗੱਲ ਸਾਡੇ ਸਾਹਮਣੇ ਲੈ ਕੇ ਆਏ ਨੇ ਕਿ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਜਿਵੇਂ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਵਿੱਚ ਵੀ ਆਖਿਆ ਨਾ ਕਿ ਮਾਇਆ ਤਜੀ ਤੋਂ ਕਿਆ ਪਿਆ। ਇਹ ਜਿਹੜੀ ਮਾਇਆ ਨਾ, ਜਿਹੜੇ ਘਰ ਬਾਰ ਨੇ, ਪਦਾਰਥ ਹੈ, ਇਹ ਛੱਡ ਸਕਦਾ ਬੰਦਾ, ਕੋਸ਼ਿਸ਼ ਕਰਕੇ ਨਾ ਇਹ ਛੱਡ ਸਕਦਾ। ਇਹ ਕਹੇਗਾ ਜੀ ਮੈਂ ਛੱਡ ਆਇਆ ਸਾਰਾ ਕੁਛ, ਮੈਂ ਵੇਖੋ ਸੁੱਤੇ ਪਏ ਨਿਆਣੇ ਛੱਡ ਆਇਆ, ਮੈਂ ਰਾਤ ਤੁਰ ਪਿਆ ਆਪਣੇ ਘਰੋਂ, ਤਗੜਾ ਜਿਗਰਾ ਕਰਕੇ ਮਹਾਤਮਾ ਬੁੱਧ ਵਾਂਗਰ ਹੋ ਸਕਦਾ ਬੰਦਾ ਡਿਸੀਜਨ ਲੈ ਜਾਏ। ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲ ਹੈ, ਮਾਨ ਸਭੇ ਕੋ ਖਾਏ। ਬੜਾ ਔਖਾ ਹੈ। ਕਈ ਵਾਰ ਬੰਦਾ ਸਾਰਾ ਕੁਝ ਛੱਡਣ ਦੇ ਬਾਵਜੂਦ ਵੀ ਨਾ, ਜਦੋਂ ਲੋਕਾਂ ਨੂੰ ਇੱਕ ਜ਼ਬਾਨ 'ਚ ਗੱਲ ਕਹਿੰਦਾ, ਵੇਖੋ ਜੀ ਮੈਂ ਛੱਡ ਆਇਆ, ਇਹਦਾ ਮਤਲਬ ਛੱਡਿਆ ਨਹੀਂ, ਅਜੇ ਵੀ ਪਕੜ ਹੈਗੀ ਹੈ। ਕਿਉਂਕਿ ਛੱਡੇ ਹੋਏ ਦਾ ਜਿਹੜਾ ਰਿਜ਼ਲਟ ਮਾਨ ਸੀ ਨਾ, ਉਹ ਨਹੀਂ ਉਹਦੇ ਕੋਲੋਂ ਛੱਡਿਆ ਗਿਆ, ਉਹਦਾ ਟੋਕਰਾ ਭਰੀ ਗਿਆ ਸਿਰ ਤੇ। ਉਹ ਦੱਸ ਕੇ ਲੋਕਾਂ ਨੂੰ ਕਿ ਮੈਂ ਛੱਡ ਆਇਆ, ਮੈਂ ਤਿਆਗ ਆਇਆ, ਮੈਂ ਤਿਆਗ ਆਇਆ, ਕੁਝ ਵੀ ਨਹੀਂ ਤਿਆਗ ਗਿਆ ਅਸਲ ਦੇ ਵਿੱਚ। ਮਾਨ ਮੁਨੀ ਮੁਨਵਰ ਗੱਲ ਹੈ। ਚੰਗੇ ਚੰਗੇ ਤਿਆਗੀ ਬੈਰਾਗੀ ਜਿਹੜੇ ਨੇ ਨਾ, ਇਹਦੇ 'ਚ ਗਰੂਰ ਹੋ ਕੇ ਖਤਮ ਹੁੰਦੇ ਨਜ਼ਰ ਆਏ। ਗੁਰੂ ਕਿਰਪਾ ਕਰੇ। ਦੁਰਮਤ ਸਿਉ, ਦੁਰਮਤ ਦਾ ਅਰਥ ਹੈ ਭੈੜੀ ਮੱਤ। ਦੁਰਮਤ ਸਿਉ ਨਾਨਕ ਫਦਿਓ, ਫਦਿਓ ਦਾ ਅਰਥ ਹੈ ਫਸਿਆ ਹੋਇਆ। ਉਸ ਵਿੱਚ ਕਿਤੇ ਨਾ ਕਿਤੇ ਫਸਿਆ ਹੋਇਆ ਮਹਿਸੂਸ ਕਰ ਰਿਹਾ ਹਾਂ, ਤੇ ਕੀ ਕਰਾਂ? ਰਾਖ ਲਿਓ ਭਗਵਾਨ, ਤੁਸੀਂ ਕੱਢੋ। ਮੇਰੇ 'ਚ ਹਿੰਮਤ ਨਹੀਂ, ਮੈਂ ਨਿਕਲ ਸਕਾਂ, ਮੇਰੇ 'ਚ ਤਾਕਤ ਨਹੀਂ ਹੈਗੀ। ਸੋ ਮਹਾਰਾਜ ਜੀ ਨੇ ਜਿੱਥੇ ਬਾਣੀ ਦੇ ਵਿੱਚ ਇਹ ਬਰਕਤ, ਇਹ ਬਖਸ਼ਿਸ਼ ਕੀਤੀ ਹੈ, ਸਾਨੂੰ ਅਰਦਾਸ ਦਾ ਇਹ ਕਨਸੈਪਟ ਦਿੱਤਾ ਹੈ, ਸੰਕਲਪ ਦਿੱਤਾ ਹੈ ਕਿ ਅਸੀਂ ਅਰਦਾਸ ਜ਼ਰੂਰ ਕਰ ਸਕਦੇ ਹਾਂ। ਹਾਰਨ ਤੋਂ ਪਹਿਲਾਂ ਬੰਦਾ ਇੱਕ ਵੱਡੀ ਤਾਕਤ ਦੇ ਅੱਗੇ ਅਰਜ਼ੋਈ ਕਰ ਸਕਦਾ ਹੈ। ਉੱਥੇ ਬੇਨਤੀ ਅਰਜ਼ੋਈ ਕਰ ਸਕਦਾ ਹੈ ਕਿ ਇਹ ਲੰਘਣਾ ਬੜਾ ਔਖਾ ਹੈ, ਮੈਨੂੰ ਤਰਨਾ ਹੁੰਦਾ ਨਹੀਂ ਹੈ, ਮੈਂ ਜਾਣ ਜਨ ਤਰਬੇ ਨਾ ਜਾਨੋ, ਬਾਪ ਬਿਠਲਾ ਬਾਂਹ ਦੇ। ਮੈਨੂੰ ਤੈਰਾਕੀ ਦੀ ਪ੍ਰੈਕਟਿਸ ਨਹੀਂ ਹੈਗੀ, ਪਾਣੀ ਬੜਾ ਡੀਪ ਹੈ, ਡੁੱਬਣ ਦੇ ਚਾਂਸ ਜ਼ਿਆਦਾ ਨੇ, ਪਰ ਹਾਰ ਨਹੀਂ ਮੰਨੇ ਕਿ ਮੈਂ ਲੰਘਣਾ ਨਹੀਂ, ਇੱਧਰ ਹੀ ਰਹਿ ਜਾਵਾਂ। ਲੰਘਣਾ ਹੈ, ਮੈਨੂੰ ਸਹਾਰੇ ਦੀ ਲੋੜ ਹੈ। ਫਿਰ ਉਹ ਸਹਾਰਾ ਕਿਹੜਾ ਭੇਜਦਾ ਹੈ? ਗੁਰ ਪੌੜੀ ਬੀੜੀ ਗੁਰੂ, ਗੁਰ ਤੁਲਹਾ ਹਰ ਨਾਮ, ਗੁਰ ਸਰ ਸਾਗਰ ਬੋਹਿ ਤੋਂ ਗੁਰ ਤੀਰਥ ਦਰਿਆਓ। ਉਹ ਕਹਿੰਦਾ ਘਬਰਾ ਨਾ, ਮੈਂ ਬੀੜੀ ਭੇਜਦਾ ਤੇਰੇ ਵੱਲ, ਤੂੰ ਉੱਤੇ ਵਿਸ਼ਵਾਸ ਕਰਕੇ, ਉਸ ਮਲਾਹ ਤੇ ਯਕੀਨ ਕਰਕੇ ਚੜ੍ਹ ਜਾਈਂ ਬਸ। ਇੱਕੋ ਇੱਕ ਰਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹ ਸਾਡੇ ਲਈ ਲੰਘਣ ਦਾ ਇੱਕ ਬੜਾ ਸੁਖੈਨ, ਸਰਲ ਤੇ ਬੜਾ ਮਜ਼ਬੂਤ ਇੱਕ ਵੇ ਹੈ, ਇੱਕ ਰਾਹ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੁਬਾਰਕ ਸ਼ਲੋਕ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।